हेलो गाइस, वेलकम टू डी अकेडमी। फिर तो अपनी जो पॉलिटी की क्लास है वो कंटिन्यू कर देंगे। ਆਪਾਂ ਰਾਜ ਸਭਾ ਦੇਖ ਲਈ ਸੀ, ਲੋਕ ਸਭਾ ਦੇਖ ਲਈ ਸੀ, ਮੈਂਬਰਸ ਆਫ ਪਾਰਲੀਮੈਂਟ ਦੇਖ ਲਈ ਸੀ ਕਿਸ ਤਰ੍ਹਾਂ ਚੁਣੇ ਜਾਂਦੇ ਆ। ਹੁਣ ਆਪਾਂ ਗੱਲ ਕਰਦੇ ਆ ਉਹ ਮੈਂਬਰਸ ਆਫ ਪਾਰਲੀਮੈਂਟ ਨੂੰ ਕੰਟਰੋਲ ਕੌਣ ਕਰਦਾ, ਹਾਊਸ ਨੂੰ ਚਲਾਉਂਦਾ ਕੌਣ ਹੈ, ਹਾਊਸ ਦੀ ਪ੍ਰਧਾਨਤਾ ਕਿਸ ਕੋਲ ਹੁੰਦੀ ਹੈਗੀ। ਲੋਕ ਸਭਾ ਦੇ ਵਿੱਚ ਤੁਹਾਡੇ ਲਈ ਹੁੰਦਾ ਜੀ ਸਪੀਕਰ, ਰਾਜ ਸਭਾ ਦੇ ਵਿੱਚ ਹੁੰਦਾ ਚੇਅਰਮੈਨ। ਪਹਿਲਾਂ ਆਪਾਂ ਸਪੀਕਰ ਨੂੰ ਦੇਖ ਲੈਂਦੇ ਆ। ਆਰਟੀਕਲ 93 ਤੁਹਾਡਾ ਲੋਕ ਸਭਾ ਦੇ ਸਪੀਕਰ ਲਈ ਦਿੱਤਾ ਗਿਆ ਜੀ। ਲੋਕ ਸਭਾ ਦੇ ਸਪੀਕਰ ਦੀ ਚੋਣ ਹੁੰਦੀ ਹੈ ਜੀ, ਵੋਟਾਂ ਪੈਂਦੀਆਂ ਹੁੰਦੀਆਂ ਨੇ। ਸਡਨਲੀ ਜਿਹੜੀ ਵੀ ਕਿਸੇ ਪਾਰਟੀ ਨੂੰ ਬਹੁਮਤ ਹੋਊਗਾ ਉਸੇ ਦਾ ਸਪੀਕਰ ਬਣੂਗਾ। ਸੋ ਇਸ ਦੀ ਚੋਣ ਦੇ ਲਈ ਜੋ ਵੋਟਾਂ ਦੀ ਮਿਤੀ ਹੁੰਦੀ ਹੈ ਉਹ ਪਹਿਲੇ ਹੀ ਸੈਸ਼ਨ ਦੇ ਵਿੱਚ ਤੁਹਾਡਾ ਜੋ ਰਾਸ਼ਟਰਪਤੀ ਉਹ ਡਿਕਲੇਅਰ ਕਰ ਦਿੰਦਾ ਕੋਈ ਇੰਨੀ ਤਰੀਕ ਨੂੰ ਅਸੀਂ ਚੁਣਾਂਗੇ, ਤਾਂ ਜਿਹੜਾ ਵੀ ਚੁਣਿਆ ਜਾਂਦਾ ਦਾ ਉਹ ਤੁਹਾਡਾ ਲੋਕ ਸਭਾ ਦਾ ਸਪੀਕਰ ਬਣ ਜਾਂਦਾ। ਠੀਕ ਹੈ ਜੀ, ਸਿੰਪਲੀ। ਸੋ ਲੋਕ ਸਭਾ ਦਾ ਸਪੀਕਰ ਤੁਹਾਡਾ ਕਿਸੇ ਵੀ ਟਾਈਮ ਅਸਤੀਫਾ ਦੇ ਸਕਦਾ, ਤਾਂ ਉਹ ਅਸਤੀਫਾ ਆਪਣਾ ਕਿਹਨੂੰ ਪੇਸ਼ ਕਰੂਗਾ? ਡਿਪਟੀ ਸਪੀਕਰ ਨੂੰ। ਡਿਪਟੀ ਸਪੀਕਰ ਨੂੰ ਆਪਣਾ ਅਸਤੀਫਾ ਪੇਸ਼ ਕਰੂਗਾ ਜੀ ਲੋਕ ਸਭਾ ਦਾ ਸਪੀਕਰ। ਅਤੇ ਅਗਰ ਕਿਤੇ ਇਹਨੂੰ ਹਟਾਉਣ ਦਾ ਕੋਈ ਮੌਕਾ ਆ ਜਾਵੇ ਵੀ ਇਹਨੂੰ ਹਟਾਉਣਾ ਹੈ, ਤਾਂ ਲੋਕ ਸਭਾ ਦੇ ਸਪੀਕਰ ਨੂੰ ਹਟਾਉਣ ਲਈ ਜੀ ਤੁਹਾਨੂੰ ਪੂਰੀ ਲੋਕ ਸਭਾ ਦੀ ਸਾਰੀ ਲੋਕ ਸਭਾ ਦਾ ਪੂਰਨ ਬਹੁਮਤ ਚਾਹੀਦਾ ਜੀ। ਪੂਰਨ ਬਹੁਮਤ ਪਾਉਣਾ ਪਊਗਾ। 14 ਦਿਨ ਦਾ ਪਹਿਲਾਂ ਨੋਟਿਸ ਦਿੱਤਾ ਜਾਊਗਾ ਤੇ ਪੂਰਨ ਬਹੁਮਤ ਪਊਗਾ। ਤਾਂ ਪੂਰਨ ਬਹੁਮਤ ਦੇ ਨਾਲ ਕਹਿਣ ਦਾ ਭਾਵ ਪੂਰਨ ਬਹੁਮਤ ਕਿ ਅੱਜ ਦੇ ਟਾਈਮ ਤੁਹਾਡੀ ਜੋ ਲੋਕ ਸਭਾ ਦੇ ਵਿੱਚ ਕੁੱਲ ਕਿੰਨੇ ਮੈਂਬਰ ਨੇ? 543। ਤਾਂ 543 ਦੇ 543 ਮੈਂਬਰ ਕਹਿਣ ਵੀ ਲੋਕ ਸਭਾ ਦੇ ਸਪੀਕਰ ਨੂੰ ਹਟਾਉਣਾ, ਤਾਂ ਉਹ ਹਟ ਜਾਊਗਾ ਜੀ। ਠੀਕ ਹੈ। ਸੋ ਪੂਰਨ ਬਹੁਮਤ ਤੁਹਾਡੇ ਲੋਕ ਸਭਾ ਦੇ ਸਪੀਕਰ ਨੂੰ ਹਟਾਉਣ ਲਈ ਚਾਹੀਦਾ ਜੀ। ਹੁਣ ਇਹਦੇ ਵਿੱਚ ਇਹਦੇ ਲੋਕ ਸਭਾ ਦੇ ਸਪੀਕਰ ਦੇ ਜਿਹੜੀਆਂ ਪਾਵਰਾਂ ਕੀ ਨੇ ਜਾਂ ਕੰਮ ਕੀ ਨੇ? ਸਭ ਤੋਂ ਪਹਿਲਾਂ ਤਾਂ ਉਹ ਹਾਊਸ ਨੂੰ ਕੰਟਰੋਲ ਕਰਦਾ ਹੈ। ਠੀਕ ਹੈ ਜੀ, ਹਾਊਸ ਦਾ ਡਿਸਪਲਿਨ ਆਰਡਰ ਬਣਾ ਕੇ ਰੱਖਦਾ। ਜਿੱਦਾਂ ਕਹਿ ਰਹੇ ਕੋਈ ਤੁਹਾਡੇ ਲਈ ਇੰਨਾ ਟਾਈਮ ਇੰਨਾ ਬੋਲਣਾ ਹੈ, ਤੁਸੀਂ ਨਾ ਬੋਲੋ, ਤੁਸੀਂ ਬੈਠ ਜਾਓ, ਆਹ ਕਰ ਲਓ, ਇਹ ਕਰ ਲਓ, ਇਹ ਸਾਰਾ ਮੇਨਟੇਨ ਕਰਦੇ ਲੋਕ ਸਭਾ ਸਪੀਕਰ ਕਰਦੇ। ਠੀਕ ਹੈ ਜੀ। ਦੂਜੀ ਪੁਆਇੰਟ, ਇਹ ਜੋ ਸੀਕ੍ਰੇਟ ਮੀਟਿੰਗਸ ਹੁੰਦੀਆਂ ਨੇ ਕੈਬਨਿਟ ਦੀਆਂ, ਮੰਤਰੀ ਮੰਡਲ ਦੀਆਂ ਜੋ ਗੁਪਤ ਮੀਟਿੰਗਾਂ ਹੁੰਦੀਆਂ ਨੇ, ਉਹ ਤੁਹਾਡੀਆਂ ਐਲਾਨ ਸਕਦਾ ਜੀ, ਉਹਨਾਂ ਨੂੰ ਕਹਿ ਸਕਦਾ, ਉਹ ਆਰਗੇਨਾਈਜ਼ ਕਰ ਸਕਦੇ ਨੇ। ਇੱਕ ਹੁੰਦਾ ਤੁਹਾਡੇ ਲਈ ਜੀ ਕੁਆਰਮ। ਇੱਕ ਟਰਮ ਹੈ ਤੁਹਾਡੇ ਲਈ ਕੁਆਰਮ ਦੀ। ਇਹਦੇ ਵਿੱਚ ਅਗਰ 1/10 ਮੈਂਬਰ ਤੁਹਾਡੇ ਲੋਕ ਸਭਾ ਦੇ ਮੌਜੂਦ ਨਹੀਂ ਹੈਗੇ, ਤਾਂ ਲੋਕ ਸਭਾ ਦਾ ਸਪੀਕਰ ਸਦਨ ਨੂੰ ਜਾਂ ਸੈਸ਼ਨ ਨੂੰ ਬੁਲਾਉਣ ਨਹੀਂ ਦਿੰਦਾ ਜੀ, ਸੈਸ਼ਨ ਨਹੀਂ ਹੋਊਗਾ। ਸੋ ਮਿਨੀਮਮ ਸੈਸ਼ਨ ਕਰਾਉਣ ਦੇ ਲਈ ਤੁਹਾਡੇ ਲਈ ਲੋਕ ਸਭਾ ਦੇ ਵਿੱਚ 1/10 ਮੈਂਬਰ ਹੋਣੇ ਲਾਜ਼ਮੀ ਹਨ ਇੱਕ ਸੈਸ਼ਨ ਨੂੰ ਬੁਲਾਉਣ ਦੇ ਲਈ। ਠੀਕ ਹੈ ਜੀ। ਚਲੋ ਨੈਕਸਟ। ਹੁਣ ਇਹਦੇ ਵਿੱਚ ਨੈਕਸਟ ਜੋ ਤੁਹਾਡਾ ਆ ਗਈ ਇਹਦੀ ਪਾਵਰ ਬਾਰ-ਬਾਰ ਪੇਪਰਾਂ 'ਚ ਵੀ ਰਿਪੀਟ ਹੁੰਦੀ ਆ, ਉਹ ਇਹ ਹੈ ਕਿ ਤੁਹਾਡਾ ਜੋ ਲੋਕ ਸਭਾ ਦਾ ਸਪੀਕਰ ਹੈ, ਇਹ ਤੁਹਾਡਾ ਜੀ ਕਿਸੇ ਵੀ ਬਿੱਲ ਨੂੰ ਮਨੀ ਬਿੱਲ ਐਲਾਨ ਸਕਦਾ। ਠੀਕ ਹੈ ਜੀ। ਮਨੀ ਬਿੱਲ ਐਲਾਨਤਾ ਤਾਂ ਉਹਦਾ ਜੋ ਚੈਲੰਜ ਹੈ ਉਹਨੂੰ ਤੁਸੀਂ ਕਿਸੇ ਕੋਰਟ ਦੇ ਵਿੱਚ ਵੀ ਚੈਲੰਜ ਨਹੀਂ ਕਹਿ ਦਿੱਤੇ, ਜੋ ਕਹਿ ਦਿਆ ਸੋ ਕਹਿ ਦਿਆ। ਉਹ ਹਿਸਾਬ ਆ ਲੋਕ ਸਭਾ ਦੇ ਸਪੀਕਰ ਦਾ ਵੀ ਇਹ ਮਨੀ ਬਿੱਲ ਹੈ ਤਾਂ ਭਾਈ ਇਹ ਮਨੀ ਬਿੱਲ ਹੀ ਹੈ। ਠੀਕ ਹੈ। ਹੋਰ ਪ੍ਰਧਾਨਤਾ ਇਹਦੀ ਕੀ ਹੈ ਰਾਜ ਸਭਾ ਦੇ ਉੱਪਰ ਕਿ ਜਦੋਂ ਵੀ ਕਦੇ ਦੋ ਸਦਨਾਂ ਦੀ ਸਾਂਝੀ ਬੈਠਕ ਹੋਊਗੀ, ਆਪਾਂ ਕਰਾਂਗੇ ਅੱਗੇ, ਜਦੋਂ ਵੀ ਕਦੇ ਦੋ ਸਦਨਾਂ ਦੀ ਸਾਂਝੀ ਬੈਠਕ ਹੋਊ ਤਾਂ ਤੁਹਾਡਾ ਜੋ ਉਹ ਬੈਠਕ ਦੀ ਪ੍ਰਧਾਨਤਾ ਕਰੂਗਾ ਲੋਕ ਸਭਾ ਦਾ ਸਪੀਕਰ। ਰਾਜ ਸਭਾ ਦਾ ਚੇਅਰਮੈਨ ਨਹੀਂ ਕਰੂਗਾ, ਲੋਕ ਸਭਾ ਦਾ ਸਪੀਕਰ ਉਹਦੀ ਪ੍ਰਧਾਨਤਾ ਕਰਦਾ ਜੀ। ਸੋ ਇਹ ਇਹਦੀਆਂ ਪਾਵਰਾਂ ਨੇ ਜੁਆਇੰਟ ਸਿਟਿੰਗ ਦੇ ਤਹਿਤ। ਨੈਕਸਟ ਆਪਾਂ ਗੱਲ ਕਰੀਏ ਜੀ ਚਲੋ ਜੀ ਨੈਕਸਟ। ਹੁਣ ਦੇ ਟਾਈਮ ਤੇ ਤੁਹਾਡਾ ਜਿਹੜਾ ਲੋਕ ਸਭਾ ਦਾ ਸਪੀਕਰ ਹੈ ਉਹ ਕਿਹੜਾ ਹੈਗਾ? ਓਮ ਬਿਰਲਾ। 2019 ਤੋਂ ਲੈ ਕੇ ਜੀ 24 ਤੱਕ ਓਮ ਬਿਰਲਾ ਰਹੂਗਾ। ਉਸ ਤੋਂ ਬਾਅਦ ਜੇ ਸਰਕਾਰ ਚੇਂਜ ਹੁੰਦੀ ਹੈ ਤਾਂ ਅਗਲੀ ਸਰਕਾਰ ਦਾ ਹੋਊਗਾ, ਜਾਂ ਤੁਹਾਡਾ ਕੀ ਹੈ ਦੇਖਾਂਗੇ ਕਿਹੜੇ ਟਾਈਮ ਤੇ ਕਿਹੜਾ ਹੋਊਗਾ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਡਿਪਟੀ ਸਪੀਕਰ ਦੀ। ਹੁਣ ਡਿਪਟੀ ਸਪੀਕਰ ਕੌਣ ਹੁੰਦਾ ਹੈ? ਜਿਹੜਾ ਵੀ ਤੁਹਾਡਾ ਲੋਕ ਸਭਾ ਦੇ ਸਪੀਕਰ ਜਦੋਂ ਐਬਸੈਂਟ ਹੋਵੇ ਉਹਦੀ ਜਗ੍ਹਾ ਆਫਿਸ ਨੂੰ ਸਾਂਭੇ, ਸਿੰਪਲੀ ਡਿਪਟੀ ਸਪੀਕਰ ਹੋਊਗਾ। ਉਹਦੀਆਂ ਜਿਹੜੀਆਂ ਡਿਊਟੀਜ਼ ਨੂੰ ਸਾਂਭਦਾ ਹੈਗਾ ਉਹ ਡਿਪਟੀ ਸਪੀਕਰ ਹੋਣ ਲੱਗਾ। ਸਿੰਪਲ ਮਸਲਾ ਹੈ, ਜ਼ਿਆਦਾ ਡੈਪਥ ਜਾਣ ਦੀ ਜ਼ਰੂਰਤ ਨਹੀਂ। ਨੈਕਸਟ ਰਾਜ ਸਭਾ ਚੇਅਰਮੈਨ। ਲੋਕ ਸਭਾ ਦਾ ਤੁਹਾਡਾ ਹੁੰਦਾ ਜੀ ਸਪੀਕਰ, ਰਾਜ ਸਭਾ ਦਾ ਹੁੰਦਾ ਹੈ ਚੇਅਰਮੈਨ। ਅਗਰ ਤੁਹਾਡੇ ਧਿਆਨ 'ਚ ਹੈ ਤਾਂ ਆਪਾਂ ਜਦੋਂ ਰਾਸ਼ਟਰਪਤੀ ਕੀਤਾ ਸੀ ਤਾਂ ਉਦੋਂ ਆਪਾਂ ਕੀਤਾ ਸੀ ਕਿ ਉਪ ਰਾਸ਼ਟਰਪਤੀ ਤੁਹਾਡਾ ਜਿਹੜਾ ਐਕਸ ਅਫੀਸ਼ੀਓ ਰਾਜ ਸਭਾ ਦਾ ਚੇਅਰਮੈਨ ਹੁੰਦਾ। ਆਰਟੀਕਲ 89 ਕਹਿ ਰਿਹਾ ਜੀ ਰਾਜ ਸਭਾ ਦਾ ਚੇਅਰਮੈਨ ਐਕਸ ਅਫੀਸ਼ੀਓ ਹੀ ਉਪ ਰਾਸ਼ਟਰਪਤੀ ਹੋਏਗਾ। ਐਕਸ ਅਫੀਸ਼ੀਓ ਮਤਲਬ ਜੋ ਵੀ ਉਪ ਰਾਸ਼ਟਰਪਤੀ ਲੱਗੂਗਾ ਉਹ ਤੁਹਾਡਾ ਰਾਜ ਸਭਾ ਨੂੰ ਵੀ ਸਾਂਭੂਗਾ ਜੀ। ਠੀਕ ਹੈ। ਸੋ ਇਹਦੇ ਕੀ ਪ੍ਰੋਵੀਜ਼ਨਸ ਨੇ, ਕਿਹਨੂੰ ਰਾਜ ਸਭਾ ਦਾ ਚੇਅਰਮੈਨ ਲਾਇਆ ਜਾ ਸਕਦਾ ਹੈ, ਕਿਵੇਂ ਹਟਾਇਆ ਜਾ ਸਕਦਾ ਹੈਗਾ। ਸੋ ਸਾਰੇ ਮਸਲੇ ਤੁਹਾਡੇ ਕੀ ਆਪਾਂ ਉਪ ਰਾਸ਼ਟਰਪਤੀ ਦੇ ਵਿੱਚ ਕਰ ਚੁੱਕੇ ਹਾਂ। ਉਪ ਰਾਸ਼ਟਰਪਤੀ ਵਿੱਚ ਤੁਸੀਂ ਇਹਨੂੰ ਦੇਖ ਸਕਦੇ ਹੋ। ਸੋ ਤਾਈਓ ਮੈਂ ਤੁਹਾਨੂੰ ਦੱਸਿਆ ਸੀ ਵੀ ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਰਾਜ ਸਭਾ ਦਾ ਪੂਰਨ ਬਹੁਮਤ ਚਾਹੀਦਾ ਜੀ। ਸਾਰੇ ਮੈਂਬਰ ਕਹਿਣਗੇ ਅਸੀਂ ਹਟਾਉਣਾ, ਕਿਉਂਕਿ ਰਾਜ ਸਭਾ ਦਾ ਉਹ ਤੁਹਾਡਾ ਜੋ ਚੇਅਰਮੈਨ ਹੈ। ਸੋ ਚੇਅਰਮੈਨ ਨੂੰ ਹਟਾ ਰਹੇ ਹੋ ਜਾਂ ਉਪ ਰਾਸ਼ਟਰਪਤੀ ਨੂੰ ਹਟਾ ਰਹੇ ਹੋ, ਇੱਕੋ ਗੱਲ ਹੈ। ਤਾਂ ਉਹਦੇ ਲਈ ਤੁਹਾਨੂੰ ਰਾਜ ਸਭਾ ਦੇ ਵਿੱਚ ਬਹੁਮਤ ਚਾਹੀਦਾ। ਲੋਕ ਸਭਾ ਸਿਰਫ ਉਹ ਕਿਉਂਕਿ ਹਟਾ ਦੋ। ਠੀਕ ਹੈ ਜੀ।
क्योंकि उप राष्ट्रपति है, इस करके लोक सभा तो मांग की जाती है भी वो कोई ना कोई गल दसे भी हाँ भाई अपनी सहमति दे दी थोड़ी जी ना मसले। ठीक है जी। चलो अज के टाइम राज्य सभा का चेयरमैन कौन है जी, दसो जल्दी। जगदीप धनकर, पंजाबी दे विच धनकर। सो जगदीप धनकर है जिहड़ा जी वो तुहाडा अज दे टाइम उप राष्ट्रपति है। सो राज्य सभा का चेयरमैन भी कौन होया, जगदीप धनकर। ठीक है जी। हुण राज्य सभा का जिहड़ा चेयरमैन हो ओहदा जदों पोस्ट खाली है तो चेयरमैनी दी ड्यूटियां कौन सामूगा, वो तो हो तुहाडे लवे जी लोक सभा स्पीकर वांगू जिवें डिप्टी स्पीकर आउंदा सी, इस तरह इत्थे चेयरमैन दा की है जो डिप्टी चेयरमैन जिहड़े राज्य सभा के चेयरमैन दी ड्यूटीज नूं संभूगा जदों भी ऑफिस खाली हुंदा है। ठीक है जी। तो डिप्टी चेयरमैन जिहड़ा हुंदा है राज्य सभा के मैंबरां विचों आपस दे विचों चुन के डिप्टी चेयरमैन ला दिता जांदा है भाई ये ड्यूटी संभूगा, ये लैके चलूगा। ठीक है। इस तरह आप डिप्टी स्पीकर की चोण करते। ठीक है जी। चलो इन्ना क मसला है तुहाडे कार्यकारी जिहड़े सेंटर दे आ जांदे ने उन्हां दा। हुण आपां गल करनी एक जॉइंट सैशन की, थोड़ा जिहा मसला है ज़्यादा डेप्थ दे विच नहीं है बट इंपॉर्टेंट चीज़ है। इहनूं कहंदे दो सदनां दी सांझी बैठक जां पंजाबी दे विच कहंदे आपां जॉइंट सैशन ऑफ, इंग्लिश दे विच कहंदे जॉइंट सैशन ऑफ पार्लीमेंट। सांझी बैठक आर्टिकल है जी 108। सदन केड़े तुहाडे लवे दो, लोक सभा राज्य सभा। ठीक है जी। सांझी बैठक मतलब एको टाइम ते दोनों सदन इकट्ठे बैठणगे जी। ये होगी कदों सांझी बैठक, पहली गल तो इसकी प्रधानता कौन करूगा, इनू हैड कौन करूगा, वो करूगा जी तुहाडा लोक सभा का स्पीकर, इहदा प्रधान रहूगा, हैड रहूगा जो जदों भी सांझी बैठक होगी। ठीक है जी। नैक्सट कदों होगी ये, हुण इहदे विच मसला हैगा डेडलॉक का। कदे भी जो डेडलॉक आउंदा है तो तुहाडे लवे दो सदनां की सांझी बैठक होएगी जी। आर्टिकल 108 के तहत लोक सभा राज्य सभा तुहाडी उदों ही इकट्ठी बैठोगी जदों तुहाडे लवे डेडलॉक की कंडीशन बनती है। डेडलॉक जो भी डेडलॉक की कंडीशन हो, हुण डेडलॉक की कंडीशन के तुहाडे लवे तीन कारण होणगे जदों कदे भी डेडलॉक की कंडीशन बनूगी। वो किहड़े-किहड़े ने जी। सब तो पहला तो यह कि किसी एक सदन ने बिल पास किया है, मान लो इत्थे ए सदन है, दूसरा बी, हुण इन्हां विचों कोई भी लोक सभा कोई भी राज्य सभा हो सकदा है, वो तुसीं अपने आप समझ लेना। मैं लोक सभा राज्य सभा ना तां नहीं ले रहा, फिर तुहाडे वो माइंड दे विच भी फिक्स हो जाना भी लोक सभा ही पास कर दे, राज्य सभा ही पास कर दे। कोई भी सदन हो सकता है। मान लो सदन ए ने बिल पास किया तो उन्हें भेजता जी सदन बी कोल उन्हां तो पास कराउण लई। सो सदन बी ने इत्थे की कीता, तुहाडा जो बिल सी वो खारिज कर दिता, तो की लग गया जी इत्थे डेडलॉक। ठीक है जी। तो इत्थे आ जाओ तुहाडे लवे डेडलॉक। नैक्सट इस तो बाद जी ए ने बिल भेजिया बी दे कोल, बी ने इत्थे की कीता जी जो कुछ सोधा सीगियां वो कहे भी भाई ये आ सोधा ने साडे वालों असीं तेरे लिए वापस भेज रहे हैं, इनू आ थोड़ा जिहा चेंज कर दे, आह चीज़ां इहदे विच सोध कर दे। सो ए ने जिहड़ियां सोधा आईयां सी वो बंद कर दित्तियां, वो एक्सैप्ट नहीं कीतियां, कहंदा नहीं भाई इस दा सोधा तेरियां एक्सैप्ट नहीं कर रहे, तो इत्थे की आ गया तुहाडे लवे डेडलॉक। ठीक है जी। नैक्सट हुण ए सदन ने बिल पेश किया, किहदे लवे भेजता जी बी सदन कोल भेजता, तो 6 महीनों तो उपर का समा हो गया, 6 महीने तुहाडे लवे टप गए ते आ सदन इस बिल के उपर कोई एक्शन ही नहीं लै रहा, ना उसके बारे कोई गल दस रहा है, ना कोई ये कह रहा भी असीं उहनूं पास कर रहे हैं, कोई एक्शन ही नहीं लै रहा है, ते तां तुहाडे लवे की लग गया जी डेडलॉक। सो ये तुहाडे लवे तीन सूरतां बनदियां ने दो सदनां दे विच डेडलॉक होण दा। सो कदे भी इदां दा डेडलॉक आउंदा है तो की होगा, आर्टिकल 108 दिता होया जी, 108 के तहत दोनों सदनों को इकट्ठे बिठाया जाऊगा, सांझी बैठक होगी, उहदे प्रधानगी कौन करूगा, लोक सभा का स्पीकर, ते उत्थे वोटिंग होगी उस बिल नूं लैके जिहदे लई डेडलॉक लगेगा। सो जदों वोटिंग होगी तो वो वोटिंग दे विच जिधर नूं भी वो बिल पास हो गया तो वो तुहाडा बिल है पास होया मान लिया जाऊगा, जब खारिज होगा तो खारिज होया मान लिया जाऊगा जी। ये है तुहाडा दो सदनों की सांझी बैठक का आर्टिकल 108 जिहदे तहत तुहाडे लवे दो सदनों की सांझी बैठक हुंदी है लोक सभा ते राज्य सभा। ठीक है जी। चलो नैक्सट छोटा जिहा होर आपां एरिया चैक कर लीए, एक तुहाडे पार्लीमेंट के सैशन कि पार्लीमेंट तुहाडी साल दे विच किन्ने बार इकट्ठे हुंदी है। सब तो पहले तो ये चीज़ नोट कर लो जी कि 6 महीनों तो वध दा डिफरेंस पार्लीमेंट के दो सैशनां दे विच नहीं होना चाहिए, 6 महीनों तो उपर का डिफरेंस ना आवे दो सैशनां दे विच। पार्लीमेंट दे विच 3 सैशन होंदे ने जी। सब तो पहले तुसीं लिखो बजट सैशन,
बजट सैशन है जिहड़ा जी वो तुहाडा चलदा हुंदा है फरवरी तो लैके मई तक। सब तो लंबा सैशन है जी फेब तो लैके मई तक बजट सैशन, ठीक है जी। इस तो बाद तुहाडे लवे आंदा मॉनसून सैशन, ये तुहाडा चलदा हुंदा जी जुलाई तो लैके सितंबर तक। लास्ट आ जाता जी तुहाडे लवे विंटर सैशन, विंटर मतलब कि तुहाडा ठंड वाला सैशन हैगा, ये चलदा हुंदा जी नवंबर तो लैके दिसंबर तक। 3 सैशन है तुहाडे लवे। सो सब तो शॉर्टेस्ट ਜਾਂ सब तो छोटा सैशन तुहाडे लवे विंटर आ गया जी, सब तो लंबा या वड्डा सैशन तुहाडे लवे किहड़ा आ गया बजट सैशन आ गया। 3 साल ਦੇ ਵਿੱਚ 3 ਵਾਰ ਤੁਹਾਡੀ ਪਾਰਲੀਮੈਂਟ ਮਿਲਦੀ ਹੈ। ਸੋ ਕਿਸੇ ਵੀ ਕਾਰਨ ਤੁਹਾਡੀ ਪਾਰਲੀਮੈਂਟ ਨਹੀਂ ਮਿਲ ਪਾ ਰਹੀ ਤਾਂ 6 ਮਹੀਨਿਆਂ ਤੋਂ ਵੱਧ ਦਾ ਸਮਾਂ ਨਹੀਂ ਹੋਣਾ ਚਾਹੀਦਾ, 6 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਦੂਜੀ ਵਾਰ ਮਿਲਣਾ ਜ਼ਰੂਰੀ ਹੈ। ਸਾਲ ਦੇ ਵਿੱਚ 6 ਤੋਂ ਵੱਧ ਦਾ ਸਮਾਂ 2 ਸੈਸ਼ਨਾਂ ਦੇ ਵਿੱਚ ਨਾ ਹੋਵੇ, ਠੀਕ ਹੈ ਜੀ, ਇਹ ਇਹਦਾ ਰੂਲ ਹੈ, ਠੀਕ ਹੈ ਜੀ। ਚਲੋ ਨੈਕਸਟ ਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਸੈਸ਼ਨ ਹੋ ਗਏ ਜੀ ਪਾਰਲੀਮੈਂਟ ਦੇ ਤੁਹਾਡੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤੁਹਾਡੀ ਸੁਪਰੀਮ ਕੋਰਟ ਦੀ। ਸੋ ਤੁਹਾਡੀ ਇੰਡੀਆ ਦੇ ਵਿੱਚ ਟੌਪ ਦੀ ਜੋ ਪੋਜੀਸ਼ਨ ਹੈ ਨਿਆਂ ਦੀ ਜਾਂ ਨਿਆਂਪਾਲਿਕਾ, ਉਹ ਸੁਪਰੀਮ ਕੋਰਟ ਹੈ ਜੀ। ਸੁਪਰੀਮ ਕੋਰਟ ਤੁਹਾਡੀ ਇੰਡੀਆ ਦੇ ਵਿੱਚ ਆਰਟੀਕਲ 124 ਦੇ ਤਹਿਤ, ਸੁਪਰੀਮ ਕੋਰਟ ਆਰਟੀਕਲ 124 ਦੇ ਤਹਿਤ ਇੰਡੀਆ ਦੇ ਵਿੱਚ ਸਟੈਬਲਿਸ਼ ਹੋਈ ਹੈ, ਜਿਸ ਦਾ ਉਦਘਾਟਨ ਹੈ ਜੀ ਤੁਹਾਡਾ 28 ਜਨਵਰੀ 1950 ਨੂੰ ਕੀਤਾ ਗਿਆ। ਇਸ ਦੀ ਸੀਟ ਹੈ ਜੀ ਤੁਹਾਡੀ ਨਵੀਂ ਦਿੱਲੀ ਵਿਖੇ, ਨਵੀਂ ਦਿੱਲੀ ਵਿਖੇ ਸੀਟ ਹੈ ਜੀ। 34 ਜੱਜ ਨੇ ਇਹਦੇ ਵਿੱਚ ਟੋਟਲ ਜੀ, ਜਿਨ੍ਹਾਂ ਦੇ ਵਿੱਚੋਂ ਮੁੱਖ ਨਿਆਂਧੀਸ਼ ਇੱਕ ਹੈ। ਮੁੱਖ ਨਿਆਂਧੀਸ਼ ਨੂੰ ਜੋੜ ਕੇ 34 ਜੱਜ ਹੈ ਜੀ। ਮੁੱਖ ਨਿਆਂਧੀਸ਼ ਮਤਲਬ ਚੀਫ ਜਸਟਿਸ ਆਫ ਇੰਡੀਆ। ਸੁਪਰੀਮ ਕੋਰਟ ਦਾ ਇੰਡੀਆ ਦਾ ਮੁੱਖ ਜੱਜ ਕੀ ਕਹਾਉਂਦਾ ਜੀ, ਚੀਫ ਜਸਟਿਸ। ਸੋ ਇਹਨਾਂ ਦੇ ਵਿੱਚੋਂ ਉਹ ਇੱਕ ਹੈ 34 ਜੱਜਾਂ ਦੇ ਵਿੱਚੋਂ, ਠੀਕ ਹੈ ਜੀ। ਇਹ ਟੋਟਲ ਤੁਹਾਡੇ ਲਈ 34 ਜੱਜ ਆ ਜਾਂਦੇ ਨੇ। ਹੁਣ ਜਿਹੜਾ ਤੁਹਾਡਾ ਚੀਫ ਜਸਟਿਸ ਹੈ ਉਹਨੂੰ ਕੌਣ ਲਗਾਉਂਦਾ ਹੈ, ਮੁੱਖ ਜੱਜ ਨੂੰ ਕੌਣ ਲਗਾਉਂਦਾ ਤੁਹਾਡੇ ਸੁਪਰੀਮ ਕੋਰਟ ਦੇ ਨੂੰ, ਉਹ ਲਗਾਉਂਦਾ ਜੀ ਰਾਸ਼ਟਰਪਤੀ। ਐਕਚੁਅਲ ਦੇ ਵਿੱਚ ਇਹਦੀ ਕੋਈ ਕਲੈਰਿਟੀ ਨਹੀਂ ਹੈ, ਇੱਕ ਤੁਹਾਡਾ ਜੱਜਾਂ ਦਾ ਗਰੁੱਪ ਹੀ ਹੈ ਜਿਹੜੇ 2-3 ਨਾਮ ਭੇਜਦਾ ਹੁੰਦਾ ਵੀ ਇਹਨਾਂ ਦੇ ਵਿੱਚੋਂ ਕਿਸੇ ਨੂੰ ਲਾ ਦਿਓ ਜੀ। ਜਿਹੜਾ ਵੀ ਸਭ ਤੋਂ ਸੀਨੀਅਰ ਜੱਜ ਹੁੰਦਾ ਹੈ ਤਾਂ ਉਹਨੂੰ ਰਾਸ਼ਟਰਪਤੀ ਕੀ ਲਾ ਦਿੰਦਾ, ਚੀਫ ਜਸਟਿਸ ਲਾ ਦਿੰਦਾ ਜੀ। ਹੁਣ ਜਿਹੜੇ ਬਾਕੀ ਦੇ ਜੱਜ ਰਹਿ ਗਏ, ਚੀਫ ਜਸਟਿਸ ਤੋਂ ਨੀਚੇ ਦੇ ਜੱਜ ਰਹਿ ਗਏ, ਉਹਨਾਂ ਨੂੰ ਤੁਹਾਡਾ ਪ੍ਰੈਜ਼ੀਡੈਂਟ ਹੈ ਜਾਂ ਰਾਸ਼ਟਰਪਤੀ ਹੈ ਚੀਫ ਜਸਟਿਸ ਦੀ ਸਲਾਹ ਤੇ ਲਾਉਂਦਾ ਜੀ। ਉਹਨੂੰ ਪੁੱਛ ਕੇ ਲਾਉਂਦੇ ਵੀ ਆਹ ਬੰਦੇ ਨੂੰ ਲਾ ਦਈਏ ਭਾਈ। ਸੋ ਉਹਨੂੰ ਪੁੱਛ ਕੇ ਤੁਹਾਡੇ ਨੂੰ ਜੱਜ ਲਾ ਦਿੱਤੇ ਜਾਂਦੇ ਨੇ, ਠੀਕ ਹੈ ਜੀ। ਸੋ ਪਹਿਲਾਂ ਚੀਫ ਜਸਟਿਸ ਹੈ, ਜਿਹੜਾ ਵੀ ਸੀਨੀਅਰ ਜੱਜ ਹੋਊਗਾ ਉਹਨੂੰ ਲਗਾਇਆ ਜਾਂਦਾ ਹੈ। ਨੈਕਸਟ ਤੁਹਾਡਾ ਜੋ ਚੀਫ ਜਸਟਿਸ ਜੱਜ ਨੇ ਜੀ, ਉਹ ਚੀਫ ਜਸਟਿਸ ਦੀ ਸਲਾਹ ਦੇ ਉੱਪਰ ਰਾਸ਼ਟਰਪਤੀ ਦੁਆਰਾ ਲਗਾਏ ਜਾਂਦੇ ਨੇ, ਠੀਕ ਹੈ ਜੀ। ਸੋ ਇਹਨਾਂ ਨੂੰ ਸਹੁੰ ਤੁਹਾਡਾ ਜੋ ਵੀ ਸਹੁੰ ਚੁਕਾਊਗਾ ਉਹ ਤੁਹਾਡਾ ਚੁਕਾਊਗਾ ਜੀ ਰਾਸ਼ਟਰਪਤੀ, ਜੋ ਲਗਾਊਗਾ ਉਹੀ ਇਹਨਾਂ ਨੂੰ ਸਹੁੰ ਚੁਕਾਊਗਾ। ਚਲੋ ਨੈਕਸਟ ਕੁਆਲੀਫਿਕੇਸ਼ਨ ਕੀ ਹੈ, ਇਹਦੇ ਵਿੱਚ ਤੁਹਾਡੇ ਲਈ ਆਰਟੀਕਲ ਆ ਜਾਂਦਾ 124 ਦਾ ਭਾਗ 3। ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਜੋ ਬਾਰ-ਬਾਰ ਰਿਪੀਟ ਕੀਤੀ ਹੋਈ ਹੈ ਕਿ ਕੁਆਲੀਫਿਕੇਸ਼ਨ ਕੀ ਹੈ ਜੀ, ਤੁਹਾਡਾ ਭਾਰਤ ਦਾ ਨਾਗਰਿਕ ਹੋਵੇ। ਸਿੰਪਲ ਜੀ ਚੀਜ਼ ਹੈ, ਭਾਰਤ ਦਾ ਨਾਗਰਿਕ ਹੋਵੇ। ਉਸ ਤੋਂ ਬਾਅਦ ਜਾਂ ਫਿਰ ਤੁਹਾਡਾ ਉਹ ਹਾਈ ਕੋਰਟ ਦੇ ਵਿੱਚ 5 ਸਾਲਾਂ ਦੇ ਲਈ ਜੱਜ ਰਿਹਾ ਹੋਵੇ। ਅਗਰ ਜੱਜ ਨਹੀਂ ਤਾਂ ਕਿਸੇ ਵੀ ਹਾਈ ਕੋਰਟ ਦੇ ਵਿੱਚ 10 ਸਾਲਾਂ ਦੇ ਲਈ ਉਹ ਐਡਵੋਕੇਟ ਰਿਹਾ ਹੋਵੇ, ਠੀਕ ਹੈ ਜੀ। ਇਹ ਇਹਦੀ ਕੁਆਲੀਫਿਕੇਸ਼ਨ ਹੈਗੀ। ਜਾਂ ਫਿਰ ਅਗਰ ਫਿਰ ਵੀ ਇਹ ਚੀਜ਼ਾਂ ਨਹੀਂ ਪੂਰੀਆਂ ਕਰ ਰਿਹਾ ਤਾਂ ਪ੍ਰਧਾਨ ਰਾਸ਼ਟਰਪਤੀ ਲਈ ਇੱਕ ਹੋਰ ਪ੍ਰੋਵੀਜ਼ਨ ਹੁੰਦਾ ਕਿ ਰਾਸ਼ਟਰਪਤੀ ਦੀ ਨਿਗਾਹ ਦੇ ਵਿੱਚ ਬਹੁਤ ਹੀ ਵਿਲੱਖਣ ਟਾਈਪ ਦਾ ਜੱਜ ਹੈਗਾ, ਉਹਨੂੰ ਚੱਕ ਕੇ ਰਾਸ਼ਟਰਪਤੀ ਲਾ ਸਕਦਾ ਹੈ ਵੀ ਆ ਜਾ ਤੈਨੂੰ ਜੱਜ ਲਾ ਰਹੇ ਸੀ, ਠੀਕ ਹੈ ਜੀ। ਇਸ ਤਰ੍ਹਾਂ ਤੁਹਾਡੇ ਇਹ ਜੱਜ ਹੈ ਜਿਹੜੇ ਲਗਾਏ ਜਾ ਸਕਦੇ ਹਨ। ਹਾਂਜੀ ਚਲੋ, ਇਹਨਾਂ ਦੀ ਮਿਆਦ ਕਿੰਨੀ ਹੁੰਦੀ ਹੈ ਚੀਫ ਤੁਹਾਡੇ ਜੋ ਸੁਪਰੀਮ ਕੋਰਟ ਦੇ ਜੱਜ ਨੇ, ਇਹਨਾਂ ਦੀ ਸਾਲਾਂ ਦੇ ਵਿੱਚ ਮਿਆਦ ਨਹੀਂ ਹੁੰਦੀ, ਉਮਰ ਦੇ ਵਿੱਚ ਮਿਆਦ ਹੁੰਦੀ ਹੈ। ਧਿਆਨ ਰੱਖਣਾ ਇਸ ਚੀਜ਼ ਨੂੰ ਜੀ। 65 ਸਾਲ ਦੀ ਉਮਰ, 65 ਸਾਲ ਦੀ ਉਮਰ ਤੱਕ ਜੀ ਤੁਹਾਡਾ ਜੋ ਜੱਜ ਨੇਗੇ ਉਹ ਅਪੁਆਇੰਟ ਕੀਤੇ ਜਾ ਸਕਦੇ, ਰਹਿ ਸਕਦੇ ਨੇਗੇ ਸੁਪਰੀਮ ਕੋਰਟ ਦੇ ਵਿੱਚ। 65 ਸਾਲ ਦੀ ਉਮਰ ਤੱਕ ਹੱਦ ਹੈ ਜੀ। ਅਗਰ 65 ਤੋਂ ਕ੍ਰਾਸ ਹੋ ਗਿਆ ਤਾਂ ਉਹ ਰਿਟਾਇਰ ਹੋ ਜਾਣਗੇ। 65 ਸਾਲ ਦੀ ਉਮਰ ਤੱਕ ਰਹਿਣਗੇ। ਸੋ ਕਿਤੋਂ ਵੀ ਲੈ ਕੇ ਆ ਸਕਦੇ ਆ, ਛੋਟੀ ਦੀ ਕੋਈ ਉਮਰ ਨਹੀਂ ਹੈਗੀ, ਵੱਡੀ ਵੀ ਕੋਈ ਉਮਰ ਨਹੀਂ ਹੈਗੀ, ਬਸ 65 ਸਾਲ ਦੀ ਉਮਰ ਤੱਕ ਇਹ ਰਹਿ ਸਕਦੇ, ਠੀਕ ਹੈ ਜੀ। ਚਲੋ ਨੈਕਸਟ, ਹੁਣ ਤੇ ਜੋ ਤੁਹਾਡਾ ਜੱਜ ਹੈ ਉਹਨੂੰ ਹਟਾਇਆ ਕਿਵੇਂ ਜਾ ਸਕਦਾ। ਅਗਰ ਤੁਹਾਡੇ ਯਾਦ ਹੈ ਤਾਂ ਆਪਾਂ ਕੁਝ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀਤੀਆਂ ਸੀ, ਤਾਂ ਉਹਦੇ ਵਿੱਚ ਆਪਾਂ ਕੀਤੇ ਸੀ ਵੀ ਤੁਹਾਡੇ ਸੰਵਿਧਾਨ ਦੀ ਜੋ ਨਿਆਂਪਾਲਿਕਾ ਹੈਗੀ ਉਹਨੂੰ ਇੱਕ ਸੁਤੰਤਰਤਾ ਦਿੱਤੀ ਹੋਈ ਹੈ ਸੰਵਿਧਾਨ ਨੇ। ਉਹ ਕਿਵੇਂ ਆ, ਉਹ ਇੱਥੇ ਗੱਲ ਕਰਦੇ ਆਪਾਂ, ਠੀਕ ਹੈ ਜੀ। ਹੁਣ ਜਿਹੜਾ ਤੁਹਾਡਾ ਜੱਜ ਹੈ ਉਹਨੂੰ ਹਟਾਇਆ ਕਿਵੇਂ ਜਾਊਗਾ, ਉਹਨੂੰ ਹਟਾਉਣ ਦੇ ਲਈ
ਤੁਹਾਨੂੰ ਕੀ ਹੈ ਜੀ ਸਪੈਸ਼ਲ ਬਹੁਮਤ ਦੀ ਜ਼ਰੂਰਤ ਹੁੰਦੀ ਹੈ। ਤੁਹਾਡਾ ਪਾਰਲੀਮੈਂਟ ਦੇ ਵਿੱਚ ਬਹੁਮਤ ਪਊਗਾ ਤਾਂ ਉਹਨੂੰ ਆਖਦੇ ਆਪਾਂ ਸਪੈਸ਼ਲ ਬਹੁਮਤ, ਜਾਂ ਇੰਗਲਿਸ਼ ਦੇ ਵਿੱਚ ਇਹਨੂੰ ਤੁਸੀਂ ਕਹਿੰਦੇ ਹੋ ਸਪੈਸ਼ਲ ਮੈਜੋਰਟੀ। ठीक है जी, ਇਹਦੇ ਤਹਿਤ ਤੁਹਾਡਾ ਜਿਹੜਾ ਜੱਜ ਹੈਗਾ ਸੁਪਰੀਮ ਕੋਰਟ ਦਾ ਉਹ ਹਟਾਇਆ ਜਾ ਸਕਦਾ ਹੈ। ਸੋ ਏਡੀ ਤੱਕਣੀ ਮੈਜੋਰਟੀ ਤਾਂ ਤੁਹਾਡੇ ਰਾਸ਼ਟਰਪਤੀ ਨੂੰ ਲੈਣ ਦੀ ਵੀ ਜ਼ਰੂਰਤ ਨਹੀਂ ਹੈ ਜਿੰਨੀ ਇਹਨੂੰ ਦਿੱਤੀ ਹੋਈ ਹੈ। ਤਾਂ ਕਰਕੇ ਆਪਾਂ ਸੰਵਿਧਾਨ ਦੇ ਵਿੱਚ ਕਹਿੰਦੇ ਵੀ ਨਿਆਂਪਾਲਿਕਾ ਨੂੰ ਸੁਤੰਤਰਤਾ ਪ੍ਰੋਵਾਈਡ ਹੈ ਜੀ। ਠੀਕ ਹੈ ਜੀ, ਚਲੋ ਨੈਕਸਟ। ਹੁਣ ਸਪੈਸ਼ਲ ਮੈਜੋਰਟੀ ਕੀ ਹੈ, ਸਪੈਸ਼ਲ ਬਹੁਮਤ ਕੀ ਹੈ, ਇਹ ਤੁਹਾਨੂੰ ਪੰਜਾਬ ਪੁਲਿਸ ਦੇ ਲਈ ਇੰਨਾ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਹੈ। ਹਾਂ, ਅਗਰ ਤੁਸੀਂ ਪੀਪੀਐਸਸੀ ਦੀ ਤਿਆਰੀ ਕਰ ਰਹੇ ਹੁੰਦੇ ਤਾਂ ਤੁਹਾਨੂੰ ਮੈਂ ਜ਼ਰੂਰ ਕਰਾਉਂਦਾ ਵੀ ਸਪੈਸ਼ਲ ਮੈਜੋਰਟੀ ਕੀ ਹੁੰਦੀ ਹੈ ਜਾਂ ਸਪੈਸ਼ਲ ਬਹੁਮਤ ਕੀ ਹੁੰਦਾ। ਠੀਕ ਹੈ ਜੀ, ਚਲੋ ਨੈਕਸਟ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਤੁਹਾਡੇ ਜੋ ਕੁਛ ਇਹਦੀਆਂ ਪਾਵਰਾਂ ਨੇ ਜੋ ਸੁਪਰੀਮ ਕੋਰਟ ਦੀਆਂ। ਵੈਸੇ ਤਾਂ ਬੇਸਿਕਲੀ ਤੁਹਾਨੂੰ ਸਾਰੇ ਹੀ ਪਤਾ ਹੀ ਨੇ ਸੁਪਰੀਮ ਕੋਰਟ ਦੀ ਕਿਤੇ ਕਿਤੇ ਤੱਕ ਪਾਵਰ ਹੁੰਦੀ ਹੈ, ਪੂਰੇ ਇੰਡੀਆ ਦੇ ਵਿੱਚ ਹੁੰਦੀ ਹੈ। ਕੁਝ ਕੁ ਪਾਵਰਾਂ ਇਹਨਾਂ ਦੀਆਂ ਸਰਟਨ ਆਰਟੀਕਲਸ ਦੇ ਵਿੱਚ ਆ ਜਾਂਦੇ ਨੇ, ਉਹ ਆਰਟੀਕਲਸ ਆਪਣੇ ਕੰਮ ਦੇ ਨੇ। ਜਿਵੇਂ ਕਿ 131 ਆਰਟੀਕਲ 131 ਕਹਿੰਦਾ ਜਿਵੇਂ ਕਦੇ ਵੀ ਅਗਰ ਦੋ ਸਟੇਟਾਂ ਦੇ ਵਿੱਚ ਰੌਲਾ ਹੈ ਜਾਂ ਸੈਂਟਰ ਅਤੇ ਸਟੇਟ ਦੇ ਵਿੱਚ ਰੌਲਾ ਹੈਗਾ, ਇਹਨਾਂ ਦੋਨਾਂ ਕੇਸਾਂ ਦੇ ਵਿੱਚ ਅਗਰ ਰੌਲਾ ਹੋ ਗਿਆ ਤਾਂ ਤੁਹਾਡਾ ਜੋ ਵੀ ਫੈਸਲਾ ਸੁਪਰੀਮ ਕੋਰਟ ਪੇਸ਼ ਕਰੂਗਾ ਉਸ ਫੈਸਲੇ ਨੂੰ ਉੱਪਰ ਸਭ ਦੇ ਉੱਪਰ ਮਾਨਿਆ ਹੋਊਗਾ, ਦੋਨਾਂ ਸਟੇਟਾਂ ਦੇ ਉੱਪਰ ਚਾਹੇ ਸੈਂਟਰ ਦੇ ਉੱਪਰ, ਉਹ ਫੈਸਲਾ ਅੰਤਿਮ ਹੋਊ ਜੀ। ਜਿਵੇਂ ਆਪਾਂ ਕਹਿੰਦੇ ਆ ਰੈਫਰੀ ਦਾ ਫੈਸਲਾ ਅੰਤਮ ਹੈ, ਸੋ ਉਸੇ ਤਰ੍ਹਾਂ ਸੁਪਰੀਮ ਕੋਰਟ ਦਾ ਤੁਹਾਡਾ ਫੈਸਲਾ ਅੰਤਮ ਹੋਊ ਉਹ ਕੇਸਾਂ ਦੇ ਵਿੱਚ। ਤਾਂ ਸੁਪਰੀਮ ਕੋਰਟ ਕੀ ਹੈ ਤੁਹਾਡਾ ਝਗੜ ਨਿਬੇੜਨ ਵਾਲੀ ਜੋ ਮੇਨ ਹੈ ਕਨਸੈਪਟ ਆ ਜਾਂਦਾ ਇੱਥੇ। ਠੀਕ ਹੈ ਜੀ, ਨੈਕਸਟ ਇੱਕ ਤੁਹਾਨੂੰ ਮੈਂ ਕਰਾਇਆ ਸੀ ਆਰਟੀਕਲ 32, ਅਗਰ ਧਿਆਨ ਚ ਹੈ। ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਰਿਟਸ ਜਾਰੀ ਕਰ ਸਕਦਾ ਹੈ ਜੀ। ਹੇਬਸ ਕਾਰਪਸ, ਸੈਰਟੋਰੀ, ਕੁਓ ਵਾਰੰਟੋ, ਮੈਂਡਮਸ ਪ੍ਰੋਹਿਬਿਸ਼ਨ, ਇਹ ਆਪਾਂ ਕੀਤੀਆਂ ਸੀ। ਇਹ ਰਿਟਸ ਜਾਰੀ ਕਰ ਸਕਦਾ ਆਰਟੀਕਲ 32 ਦੇ ਤਹਿਤ। ਕਦੇ ਵੀ ਸੰਵਿਧਾਨ ਦੇ ਵਿੱਚ ਤੁਹਾਡੀ ਇੰਡੀਆ ਦੇ ਵਿੱਚ ਤੁਹਾਡੇ ਜੋ ਮੌਲਿਕ ਅਧਿਕਾਰ ਨੇ ਉਹਨਾਂ ਦਾ ਉਲੰਘਣ ਹੁੰਦਾ ਤਾਂ ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਤਹਿਤ ਰਿਟਾਂ ਜਾਰੀ ਕਰੂਗਾ ਜੀ? ਆਰਟੀਕਲ 32। ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਬਿਠਾ ਲਓ, ਕੰਮ ਦੀ ਚੀਜ਼ ਹੈ। ਠੀਕ ਹੈ ਜੀ, ਚਲੋ ਨੈਕਸਟ ਆਪਣੇ ਲਈ ਆ ਜਾਂਦਾ ਜੀ PIL। ਛੋਟਾ ਜਿਹਾ ਕਨਸੈਪਟ ਹੈ, ਨਵਾਂ ਚੱਲ ਰਿਹਾ ਕਾਫੀ। ਫੁੱਲ ਫਾਰਮ ਹੈ ਇਹਦੀ ਪਬਲਿਕ ਇੰਟਰਸਟ ਲਿਟੀਗੇਸ਼ਨ। ਕਰੰਟ ਦੇ ਟੌਪਿਕ ਹੈ ਜੀ, PIL ਫਾਈਲ ਹੁੰਦੀ ਰਹਿੰਦੀ ਹੈ, ਤਾਂ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਰਿਵਾਈਜ਼ ਕਰ ਰਹੇ ਹਾਂ। PIL ਕੀ ਹੈ? ਇਹ ਇਸ ਤਰ੍ਹਾਂ ਦੀ ਅਪੀਲ ਹੁੰਦੀ ਹੈ ਜਦੋਂ ਕੋਈ ਬੰਦਾ ਖੁਦ ਤੋਂ ਅਪੀਲ ਕਰਨ ਦੇ ਲਾਇਕ ਨਹੀਂ ਹੁੰਦਾ ਵੀ ਉਹ ਖੁਦ ਤੋਂ ਅਪੀਲ ਪਾ ਸਕੇ, ਜਾਂ ਫਿਰ ਇਦਾਂ ਦੀ ਕੰਡੀਸ਼ਨ ਹੋ ਜਾਂਦੀ ਹੈ ਵੀ ਇਹ ਕੋਈ ਤੁਸੀਂ ਕਹਿ ਸਕਦੇ ਹੋ ਪਬਲਿਕ ਹਿੱਤ ਦੇ ਲਈ, ਲੋਕਾਈ ਦੇ ਹਿੱਤ ਦੇ ਲਈ ਕੋਈ ਨਾ ਕੋਈ ਪਟੀਸ਼ਨ ਪਾਈ ਜਾਂਦੀ ਹੈ। ਹੁਣ ਮੰਨ ਲਓ ਇੱਥੇ ਤੁਹਾਡਾ ਕੋਈ ਜੰਗਲ ਹੈ ਨੇੜੇ, 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਜੰਗਲ ਇਹ ਫੈਲਿਆ ਹੋਇਆ, ਉਹਨੂੰ ਕੋਈ ਕੱਟੀ ਜਾ ਰਿਹਾ ਆਪਦੇ ਮਤਲਬ ਦੇ ਲਈ, ਠੀਕ ਹੈ, ਤੇ ਤੁਸੀਂ ਰੋਕ ਪਾ ਨਹੀਂ ਰਹੇ, ਤਾਂ ਤੁਸੀਂ PIL ਫਾਈਲ ਕਰ ਸਕਦੇ ਹੋ ਵੀ ਭਾਈ ਇਹ ਵਾਤਾਵਰਨ ਨੂੰ ਡਿਸਟਰੋਏ ਕਰ ਰਹੇ ਨੇਗੇ, ਇਹ ਲੋਕਾਈ ਦਾ ਹਿੱਤ ਹੈ। ਹੁਣ ਜੰਗਲ ਨਹੀਂ ਤਾਂ ਉੱਠ ਕੇ ਪਟੀਸ਼ਨ ਨਹੀਂ ਪਾਉਣੀ, ਕੱਟੀ ਜਾ ਰਹੇ ਨੇਗੇ, ਜਦ ਸਰਕਾਰ ਨਹੀਂ ਦੇਖ ਰਹੀ ਤਾਂ ਉਹਦੀ ਮਸਲਾ ਹੈ। ਤਾਂ ਸੁਪਰੀਮ ਕੋਰਟ ਦੇ ਵਿੱਚ PIL ਫਾਈਲ ਸੀ ਭਾਈ ਇਹ ਤੁਹਾਡਾ ਗ੍ਰੇਟਰ ਮੈਜੋਰਟੀ ਇਸ਼ੂ ਹੈਗਾ, ਇਹ ਵਾਤਾਵਰਨ ਡਿਸਟਰੋਏ ਹੋ ਰਿਹਾ, ਇਸ ਜੰਗਲ ਨੂੰ ਤਬਾਹ ਕੀਤਾ ਜਾ ਰਿਹਾ, ਤਾਂ ਉੱਥੇ ਕੀ ਫਾਈਲ ਹੋਊਗੀ? PIL ਫਾਈਲ ਹੋਊ, ਜਿਹਨੂੰ ਕਹਿੰਦੇ ਜੀ ਪਬਲਿਕ ਇੰਟਰਸਟ ਲਿਟੀਗੇਸ਼ਨ। ਠੀਕ ਹੈ ਜੀ, ਇਹ ਹੈ ਜੀ ਤੁਹਾਡਾ ਸਾਰਾ ਸੈਂਟਰ ਦਾ ਮਸਲਾ। ਇੰਨੇ ਆਫਿਸ ਤੁਹਾਡੇ ਸੈਂਟਰ ਦੇ ਅੱਗੇ, ਤੁਹਾਡਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਲਿਮਟਿਡ ਦਿੱਤਾ ਹੋਇਆ ਵੀ ਇਹ ਚੀਜ਼ਾਂ ਨੇ, ਬਟ ਪੇਪਰਾਂ ਦੇ ਵਿੱਚ ਹਰ ਵਾਰ ਹੁੰਦਾ ਬਾਹਰ ਤੋਂ ਇਸ਼ੂਜ਼ ਆਉਂਦੇ ਹੁੰਦੇ ਨੇ, ਤਾਂ ਕਰਕੇ ਆਪਾਂ ਸਾਰਾ ਕਵਰ ਅਪ ਕੀਤਾ ਜੀ। ਠੀਕ ਹੈ ਜੀ, ਹੁਣ ਸੈਂਟਰ ਦਾ ਕਵਰ ਹੋ ਗਿਆ ਤਾਂ ਆਪਾਂ ਹੁਣ ਲੈ ਕੇ ਚੱਲਦੇ ਹਾਂ ਤੁਹਾਡਾ ਸਟੇਟ ਦਾ ਮਸਲਾ। ਇੱਕ ਦੋ ਆਫਿਸ ਅੱਜ ਆਪਾਂ ਕਰ ਲੈਣੇ ਹੈਗੇ। ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਆਪਾਂ ਆਫਿਸ ਕੀਤਾ ਸੀ ਜੀ ਰਾਸ਼ਟਰਪਤੀ ਦਾ, ਤਾਂ ਰਾਸ਼ਟਰਪਤੀ ਦੇ ਬਰਾਬਰ ਸਟੇਟ ਦੇ ਵਿੱਚ ਕਿਹੜਾ ਆਫਿਸ ਆ ਜਾਊਗਾ? ਦੱਸੋ ਜੀ, ਕਿਹੜਾ ਆਫਿਸ ਤੁਹਾਡਾ ਰਾਸ਼ਟਰਪਤੀ ਹੈ? ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ। ਸੈਂਟਰ ਦੇ ਵਿੱਚ ਕੀ ਹੋਊਗਾ? ਪ੍ਰੈਜ਼ੀਡੈਂਟ, ਲੋਕ ਸਭਾ, ਰਾਜ ਸਭਾ, ਤੇ ਆ ਲੋਕ ਸਭਾ ਦਾ ਹੈਡ ਕੌਣ ਹੈ? ਚਲਾ ਕੌਣ ਰਿਹਾ ਇਹਦੇ ਵਿੱਚ? ਸਰਕਾਰ ਕਰੀਏ ਮੰਤਰੀ ਮੰਡਲ। ਇਹਦੇ ਵਿੱਚ ਕੀ ਆ ਗਿਆ? ਕਾਉਂਸਲ ਆਫ ਮਿਨਿਸਟਰ, ਪ੍ਰਾਈਮ ਮਿਨਿਸਟਰ ਦਾ। ਠੀਕ ਹੈ ਜੀ, ਹੁਣ ਇਸੇ ਨੂੰ ਆਪਾਂ ਇਸੇ ਨੂੰ ਨੀਚੇ ਉਤਾਰਨੀਏ। ਇੱਥੇ ਤੁਹਾਡਾ ਪ੍ਰੈਜ਼ੀਡੈਂਟ ਦੀ ਜਗ੍ਹਾ ਆ ਗਿਆ ਜੀ ਗਵਰਨਰ, ਲੋਕ ਸਭਾ ਦੀ ਜਗ੍ਹਾ ਆ ਗਈ ਤੁਹਾਡੇ ਲਈ ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਰਾਜ ਸਭਾ ਦੀ ਜਗ੍ਹਾ, ਤੇ ਇੱਥੇ ਤੁਹਾਡਾ ਆਉਂਦਾ ਜੀ ਮੁੱਖ ਮੰਤਰੀ। ਵਿਧਾਨ ਸਭਾ 'ਚ ਮੁੱਖ ਮੰਤਰੀ ਹੁੰਦਾ ਤੇ ਇਹਦਾ ਮੰਤਰੀ ਮੰਡਲ ਹੁੰਦਾ। ਠੀਕ ਹੈ ਜੀ, ਇਹ ਹੈ ਤੁਹਾਡਾ ਸੈਂਟਰ ਦਾ ਮਸਲਾ, ਇਹ ਹੈ ਤੁਹਾਡਾ ਸਟੇਟ ਦਾ ਮਸਲਾ।
सो आ उपरले आपां सारे देख लेने, हुण आपां स्टेट वाले की गल करांगे। तो सब तो पहले लिखो जी गवर्नर। गवर्नर जी, गवर्नर दे विच जी तुहाडे लवे आ जांदा गा आर्टिकल 153। ये कहंदा जी कि तुहाडा जो गवर्नर है किसी भी राज का संविधानिक मुखी होंदा जी। आर्टिकल 153 के तहत भी संविधान के तौर पर जिहड़ा मुखी होगा वह गवर्नर होगा, जिन्होंने तुसीं राजपाल भी कह देते हो पंजाबी दे विच। राजपाल या गवर्नर तुहाडा संविधानिक मुखी आर्टिकल 153 के तहत। आर्टिकल 154 इस दे तहत यह कह रहा जी भी 2 या 2 तो वध स्टेट्स के लिए इक्को गवर्नर को लगाया जा सकता, कोई बड़ी गल नहीं, ला दो ऐश करो। आर्टिकल 154 के तहत 2 या 2 तो वध राज्यों के लिए इक्को गवर्नर को अपॉइंट किया जा सकता है, ये कोई बड़ा मसला नहीं है। ठीक है जी, चलो नेक्स्ट आर्टिकल 155 ये कह रहा जी तुहाडा जो गवर्नर है इनू लगाऊगा कौन? प्रेजिडेंट। ठीक है जी, इनू अपॉइंट कौन करता है? प्रेजिडेंट। हुण प्रेजिडेंट को कौन चलाउंदा है? मंत्रिमंडल, प्रधानमंत्री। सो जिन्होंने प्रधानमंत्री कहूगा भी इन्हों गवर्नर ला दे, राष्ट्रपति उन्होंने ला दूगा। ठीक है जी, ये मसला है आर्टिकल 155। नैक्सट जी आर्टिकल 156 भी जिहड़ा तुहाडा गवर्नर है वह तुहाडा राष्ट्रपति की खुशी तक ही ऑफिस दे विच रहिंदा है, यदि कोई म्याद नहीं होंदी भी इतना फिक्स। वैसे तो 5 साल होंदी है बट इदा नहीं है भी वह 5 साल पूरे करे जो तक राष्ट्रपति खुश है। हुण इत्थे खुशी राष्ट्रपति की कोई कंडीशन नहीं है जिवें आपां प्रधानमंत्री ने देखा जी जो तक बहुमत है उदों तक राष्ट्रपति खुश है, नहीं। इत्थे किसी भी टाइम प्रधानमंत्री राष्ट्रपति को कह के गवर्नर को हटवा सकता है तो उन्होंने लगवा सकता है, ये मसला है जी। सो इत्थे कोई बड़ी कंडीशन नहीं है कि चाहे खुशी तक ही तुसीं कह सकते हो भी संविधान इत्थे पोस्ट के उपर तुहाडा रहिंदा है। आर्टिकल 157 कह रहा भी तुहाडा भारत का नागरिक होना चाहिए तो 35 साल की उम्र कंप्लीट होनी चाहिए। 2 कंडीशन ने, 35 साल ध्यान रखने, 35 साल की मैक्सिमम मिनिमम उम्र होनी चाहिए है, 35 साल तो उपर का होना चाहिए जी। नैक्सट आर्टिकल 158 के तहत किसी भी विधानकता ਜਾਂ ਤੁਹਾਡੀ सेंटर का यह सदन का मैंबर नहीं होना चाहिए, अगर होगा तो इन्होंने उतों रिटायर करना पऊगा जी, इस्तीफा देना पਊ, उस तो बाद ਤੁਹਾਡਾ ਇਹਨੂੰ गवर्नर लगाया जा सकता। ठीक है जी, नैक्सट हुण ਜਿਹੜੀ स्टेट के लिए ਇਹਨੂੰ लगाया उतों ही ਇਹਦੀਆਂ तनख्वाहां आउणगीਆਂ। ठीक है जी, हुण गवर्नर है ਜਿਹੜਾ ਇਹਨੂੰ ਸਹੁੰ है, ਸਹੁੰ कौन चुकाऊगा? वो स्टेट का जो हाई कोर्ट है ਜਿਹੜੇ स्टेट ਦੇ ਵਿੱਚ ਲਾਇਆ ਜਾ ਰਿਹਾ ਉਹ स्टेट ਦੇ ਹਾਈ ਕੋਰਟ ਦਾ चीफ जस्टिस ਜਿਹੜੇ स्टेट ਦੇ ਵਿੱਚ ਅਪਾਇੰਟ ਕਰ ਰਹੇ ਹੋ। ਮੰਨ ਲਓ ਪੰਜਾਬ ਦੇ ਵਿੱਚ ਕੋਈ ਗਵਰਨਰ ਲਾਇਆ ਜਾ ਰਿਹਾ ਤਾਂ ਪੰਜਾਬ ਦਾ ਹਾਈ ਕੋਰਟ ਆ ਪੰਜਾਬ ਹਰਿਆਣਾ ਹਾਈ ਕੋਰਟ। ਸੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਚੀਫ ਜਸਟਿਸ ਹੋਊਗਾ ਜਾਂ ਮੁੱਖ ਜੱਜ ਹੋਊਗਾ ਉਹ ਗਵਰਨਰ ਨੂੰ ਸਹੁੰ ਚੁਕਾਊਗਾ। ਠੀਕ ਹੈ ਜੀ, ਇੱਥੇ ਪ੍ਰੈਜ਼ੀਡੈਂਟ ਨਹੀਂ ਤੁਸੀਂ ਮੰਨ ਲੈਣਾ। ਸੋ ਉਹ ਉਹਨੂੰ ਸਹੁੰ ਚੁਕਾਊਗਾ। ਠੀਕ ਹੈ ਜੀ, ਚਲੋ ਨੈਕਸਟ आर्टिकल 156 कह रहा जी भी यह ऑफिस तुहाडा 5 सालों के लिए होल्ड कर सकता है, उस तो पहले इस्तीफा दे के छड़ सकता है, इन्हू राष्ट्रपति या हटा सकता, यदा भी कोई बड़ा मसला नहीं है। ठीक है, हुण ज़्यादातर पावर आप जो राष्ट्रपति दी पढ़िया सी उही आ जांदियां ने, इहदे कोले कुछ क पावर वेरीएशन दे विच आ जांदियां ते किते जे तुहाडा राष्ट्रपति नूं ताकतवर भी आ जाऊगा। ठीक है जी, हुण वेरीएशन दे विच की आ जाऊगी, आपां पढ़िया सी कि तुहाडा जो राष्ट्रपति है वो सज़ा माफ कर सकदा है। आप आर्टिकल 71 देखा सी, आई थिंक मेरे प्रॉपरली रिमाइंड दे विच है नहीं है, तुसीं चैक कर लियो किहड़ा सीगा वो। हाँ, आर्टिकल आई थिंक 71 सी, बाकी तुसीं देख लो जो भी होगा। ठीक है जी, सो इहदे रिगार्डिंग जो तुहाडा गवर्नर है इहदा आर्टिकल आ जांदा जी, आर्टिकल छड्डो, इहदी जो पावर आ जांदी है उहदे रिलेटेड वो ये आ जांदी है कि यह रोक भी सकता है, माफी कर सकता है, घट भी कर सकता है, जो भी है सज़ा का सारा कुछ कर सकता है, बट इक्को एक सज़ा है फांसी की सज़ा। फांसी की सज़ा नूं जो तुहाडा राजपाल है वो नहीं रोक सकता ना बदल सकता, फांसी की सज़ा ते कोई डिसीजन नहीं ले सकता जी, ये सिर्फ तुहाडी राष्ट्रपति के हक दे विच है। ठीक है जी, चलो नैक्सट हुण जो तुहाडा जिवें राष्ट्रपति सेंटर की जिहड़ी असैंबली से उन्होंने भंग करता सीगा, ठीक है, जो उसका पहला एड्रैस करता सी, इस तरह तुहाडा राजपाल भंग कर सकता है, जो भी बहुमत लूज हो गया तो भंग कर दूगा उन्होंने। ठीक है जी, नैक्सट एक होर कंडीशन ये है कि तुहाडा जिहड़ा जिन्नियां भी स्टेट दी यूनीवर्सिटीज़ हुंदियां ने, स्टेट दियां यूनीवर्सिटियां, इन्हां सारियां दा
ਚਾਂਸਲਰ ਹੁੰਦਾ ਜਿਹੜਾ, जब मुखी कहने आप चांसलर तो गवर्नर होगा ऑटोमेटिकली, जो भी गवर्नर लग गया स्टेट दी सारी यूनिवर्सिटियां का चांसलर होगा जी, ठीक है। ये कंडीशन है जिहदे रिलेटेड तुहाडा करंट आ रहा है। एक दो दिनों के पंजाब सरकार जो सदन अज तो स्टार्ट होया, कल तो स्टार्ट होया, उहदे विच बिल लैके आ रही है भी जिहड़ियां पंजाब दी यूनिवर्सिटियां ने उन्हां दे मुखी वजों आपां राजपाल नूं हटा दईए। ये बिल आ रहा, बाकी आपां देखांगे बिल चलदा जां नहीं हुंदा, उहदी कितनी क वैल्यू रहूगी आपां उस चीज़ नूं चैक करांगे जिवें जिवें कि टाइम चले। सो स्टेट दी यूनिवर्सिटियां दा तुहाडा जो हैड होगा वो गवर्नर होगा। नैक्सट एक आपां की दस्सिया आर्टिकल 356 356 के तहत तुसीं की करदे सीगे कि तुहाडा जो राष्ट्रपति राज है जां इनू आपां कहदे सी संविधानिक एमरजेंसी जां इनू आपां कहदे सी स्टेट एमरजेंसी। यह जदों कदे भी किसी स्टेट दे विच लगूगा तो जिहड़ा गवर्नर होगा वो स्टेट का इंचार्ज हो जाऊगा जी, वो स्टेट में चलाना शुरू कर दू गवर्नर, उस जो पूरे का पूरा स्टेट है वो कंट्रोल च हो जाऊगा। तो राष्ट्रपति का नुमाइंदा कौन है इतने गवर्नर, ता करके आप की कहने इहनूं राष्ट्रपति का राज, ठीक है जी, बट चलाउंदा कौन है गवर्नर। सो इत्थे थोड़ा जिहा तुहाडा जो पॉइंट अप हो जाता हुंदा राष्ट्रपति नालों गवर्नर का, ठीक है जी, इंचार्ज बन जाता तुहाडा पूरे का पूरा। नैक्सट एक आप गल की मनी बिल बारे, सेंटर के भी जो मनी बिल है वो राष्ट्रपति की परमिशन के नाल ही पेश होंदा है। तो इत्थे स्टेट के भी जो तुहाडा मनी बिल होगा कदे भी जो विधानकता पेश करूगी तो राजपाल की मंजूरी के नाल ही पेश होगा, भाई असीं आ बिल पेश कर रहे हैं, तू दस तेरी की गलबात है। बेसिकली वो मना नहीं कर सकते होंगे, वो पेश करना ही होंगे, वो करने ही करनगे, ठीक है। सो एक बार ये फॉर्मैलिटी होंदी है, भाई तुहाडी परमिशन चाहिए है, इस परमिशन के तहत असीं अपना जो बिल है वो पेश कर रहे हैं, ठीक है जी। चलो नैक्सट फाइनैंशियल पावर है जी कि यह हर 5 साल बाद तुहाडा एक जो पंचायतां ते म्यूनसिपैलिटीज़ ने स्टेट दियां उन्हां दी कंडीशन जानने के लिए हर 5 साल बाद एक वित्त कमीशन तैयार करता है जी। पंचायतां अते जो म्यूनसिपैलिटीज़ है उन्हां दी कंडीशन जानने के लिए जो सेंटर के फाइनैंस कमीशन होंदा सी वो स्टेट अते यूनियन की वित्ती कमीशन जानने के लिए भी उन्हां दी कितनी कंडीशन है, ठीक है जी। सो ये आ गया तुहाडे लई गवर्नर ते दूसरे पासे तुहाडे जिहड़े राष्ट्रपति लैके चले गए। तो अज लई इनफ है जी, बाकी कोई भी डाउट होवे दस दिओ, आपां उहनूं दुबारा एडवाइस कर देंगे, कल नूं आपां मुख मंत्री मंत्रिमंडल करदे होए स्टेट में कंप्लीट कर देंगे। तो लास्ट टॉपिक तुहाडे लई रह जाऊगा पंचायतां ते म्यूनसिपैलिटी, बहुत इंपॉर्टेंट टॉपिक है, ठीक है जी। अज लई नहीं, धन्नवाद।